ਚੀਮਾ ਸਾਹਿਬ ਕਿਵੇਂ ਦਾ ਮਾਹੌਲ ਹੈ? ਔਰ ਹਲਕਾ ਸੰਗਰੂਰ ਦੇ ਲੋਕ ਤੀਜੀ ਵਾਰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੀ ਸੀਟ ਜਿਤਾਉਣ ਲਈ ਉਤਾਵਲੇ ਨੇ। ਲੋਕਾਂ ਦੀ ਮੰਗ ਸੀਗੀ ਕਿ ਧਰਤੀ ਹੇਠਲਾ ਪਾਣੀ ਬਚਾਇਆ ਜਾਵੇ। ਅਸੀਂ ਕਿਸਾਨਾਂ ਨਾਲ ਗੱਲ ਕਰਕੇ 1500 ਰੁਪਏ ਉਹ ਸਾਰੇ ਕਿਸਾਨਾਂ ਨੂੰ ਦੇ ਰਹੇ ਹਾਂ ਜਿਹੜੇ ਸਿੱਧੀ ਬਿਜਾਈ ਕਰ ਰਹੇ ਨੇਗੇ। ਜਿਨ੍ਹਾਂ ਮੰਤਰੀਆਂ ਨੇ ਭ੍ਰਿਸ਼ਟਾਚਾਰ ਕੀਤਾ ਗਿਆ, ਚਾਹੇ ਉਹ ਸਾਬਕਾ ਨੇ ਜਾਂ ਮੌਜੂਦਾ ਹੋਣਗੇ, ਸਭ ਦੇ ਖਿਲਾਫ ਸਰਕਾਰ ਜਿਹੜੀ ਐਕਸ਼ਨ ਲਊਗੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਨੇ। ਚੀਮਾ ਸਾਹਿਬ ਕਿਵੇਂ ਦਾ ਮਾਹੌਲ ਹੈ ਇਸ ਵੇਲੇ ਤੁਸੀਂ ਦੇਖ ਰਹੇ ਹੋ? ਬਹੁਤ ਹੀ ਅੱਛਾ ਮਾਹੌਲ ਹੈਗਾ ਔਰ ਹਲਕਾ ਸੰਗਰੂਰ ਦੇ ਲੋਕ ਤੀਜੀ ਵਾਰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੀ ਸੀਟ ਜਿਤਾਉਣ ਲਈ ਉਤਾਵਲੇ ਨੇਗੇ। ਬਹੁਤ ਭਾਰੀ ਉਤਸ਼ਾਹ ਗਾ ਔਰ 2-3 ਮਹੀਨਿਆਂ ਦੇ ਵਿੱਚ ਲਾਮਿਸਾਲ ਜਿਹੜੇ ਇਤਿਹਾਸਕ ਫੈਸਲੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੇ ਨੇਗੇ, ਸਾਡੀ ਸਰਕਾਰ ਨੇ ਕੀਤੇ ਨੇ, ਲੋਕ ਉਹਨਾਂ ਦੇ ਮੋਹਰ ਲਾਉਣ ਲਈ ਤਿਆਰ ਨੇਗੇ ਔਰ ਵਿਰੋਧੀਆਂ ਦੀ ਜ਼ਮਾਨਤ ਜਿਹੜੀ ਆ ਉਹ 100% ਜ਼ਬਤ ਹੋਊਗੀ। ਔਰ ਸਾਡੇ ਜਿਹੜਾ ਕੈਂਡੀਡੇਟ ਜਿਹੜਾ ਇੱਕ ਪਿੰਡ ਦਾ ਸਰਪੰਚ ਆ, ਸਰਪੰਚੀ ਤੋਂ ਉੱਠ ਕੇ ਪਿੰਡ ਦੀ ਪੰਚਾਇਤ ਤੋਂ ਲੈ ਕੇ ਦੇਸ਼ ਦੀ ਵੱਡੀ ਪੰਚਾਇਤ 'ਚ ਪਹੁੰਚੂਗਾ। ਮੈਂਬਰ ਪਾਰਲੀਮੈਂਟ ਦੇ ਲਈ ਜੇ ਗੱਲ ਕੀਤੀ ਜਾਵੇ ਤਾਂ 2014 ਤੇ 2019 ਲੋਕ ਸਭਾ ਇਲੈਕਸ਼ਨ ਹੋਏ ਨੇ, ਉਸੇ ਤਰ੍ਹਾਂ ਦਾ ਪਿਆਰ ਇਹਨਾਂ ਜ਼ਿਮਨੀ ਚੋਣਾਂ 'ਚ ਮਿਲਦਾ ਬਿਲਕੁਲ। ਜਦੋਂ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 2014 'ਚ ਚੋਣ ਲੜੀ ਸੀ ਤਾਂ ਹਲਕਾ ਦਿੜਬਾ ਨੇ ਉਸ ਸਮੇਂ ਲਗਭਗ 15,000 ਦੀ ਲੀਡ ਸੀਗੀ ਜੀ। ਜੋ ਦੂਜੀ ਵਾਰ ਇਲੈਕਸ਼ਨ ਲੜੀ ਮਾਨ ਸਾਹਿਬ ਨੇ ਤਾਂ 30,000 ਦੀ ਲੀਡ ਹੋ ਗਈ 2019 'ਚ। ਜਦੋਂ ਮੈਂ 2017 'ਚ ਪਹਿਲੀ ਵਾਰ ਇਲੈਕਸ਼ਨ ਲੜੀ ਐਮਐਲਏ ਦੀ ਤਾਂ 2000 ਲੀਡ ਸੀ। ਜਦੋਂ ਮੈਂ ਦੂਜੀ ਇਲੈਕਸ਼ਨ ਲੜੀ 2022 'ਚ ਪਿੱਛੇ 3 ਮਹੀਨੇ ਪਹਿਲਾਂ ਤਾਂ 51,000 ਲੀਡ ਸੀ। ਸੋ ਸਾਰੇ ਰਿਕਾਰਡ ਜਿਹੜੇ ਨੇਗੇ ਉਹ ਤੋੜੇ ਜਾਣਗੇ। ਬਹੁਤ ਭਾਰੀ ਮਾਰਜਨ ਦੇ ਨਾਲ ਸਰਦਾਰ ਗੁਰਮੇਲ ਸਿੰਘ ਘਰਾਚੋਂ ਜਿੱਤਣਗੇ। ਸਰਕਾਰ 5 ਸਾਲ ਲਈ ਚੁਣੀ ਗਈ ਹੈ, 3 ਮਹੀਨੇ ਦਾ ਸਮਾਂ ਹੋਇਆ। 3 ਮਹੀਨਿਆਂ ਵਿੱਚ ਕਿੱਡੇ ਵੱਡੇ ਫੈਸਲੇ ਹੋਏ ਨੇਗੇ ਕਿ ਸਾਰੇ ਲੋਕਾਂ ਦਾ ਜਿਹੜੀ ਲੋਕਾਂ ਦੀ ਮੰਗ ਸੀ ਪੰਜਾਬ ਦੇ ਲੋਕਾਂ ਦੀ ਕਿ ਐਮਐਲਏ ਚਾਹੇ 1 ਵਾਰ ਜਿੱਤੇ ਚਾਹੇ 7 ਵਾਰ ਜਿੱਤੇ ਉਹਦੀ ਇੱਕ ਪੈਨਸ਼ਨ ਹੋਣੀ ਚਾਹੀਦੀ ਆ, ਇਹ ਜਿਹੜੀ ਆ ਆਉਣ ਸਾਰ 2 ਮਹੀਨੇ 'ਚ ਲਾਗੂ ਕੀਤਾ। ਔਰ ਪੰਜਾਬ ਦੇ ਨੌਜਵਾਨਾਂ ਜਿਹੜੇ ਨੌਜਵਾਨ ਖੜੇ ਨੇ ਉਹਨਾਂ ਦੀ ਮੰਗ ਸੀਗੀ ਨੌਕਰੀਆਂ ਜਿਹੜੀਆਂ ਨੇਗੀਆਂ ਉਹ ਪਹਿਲੇ ਸਾਲ ਕੱਢੀਆਂ ਜਾਣ। ਨਹੀਂ ਕੀ ਹੁੰਦਾ ਸੀ 4 ਸਾਲਾਂ ਬਾਅਦ ਕੱਢੀਆਂ ਜਾਂਦੀਆਂ ਸੀ, 4 ਸਾਲਾਂ ਬਾਅਦ ਇਸ਼ਤਿਹਾਰ ਜਾਰੀ ਹੁੰਦਾ ਸੀਗਾ। ਉਹ ਲਗਭਗ 26,454 ਜਿਹੜੀਆਂ ਪੋਸਟਾਂ ਖਾਲੀ ਪਈਆਂ ਸੀਗੀਆਂ ਉਹ ਪਹਿਲੇ 2 ਮਹੀਨਿਆਂ ਦੇ ਵਿੱਚ ਉਹਨਾਂ ਦਾ ਇਸ਼ਤਿਹਾਰ ਜਾਰੀ ਹੋਈ, ਯਾਨੀ ਕਿ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਹੈਗੀ। ਔਰ ਲੋਕਾਂ ਦੀ ਮੰਗ ਸੀਗੀ ਕਿ ਧਰਤੀ ਹੇਠਲਾ ਪਾਣੀ ਬਚਾਇਆ ਜਾਵੇ। ਅਸੀਂ ਕਿਸਾਨਾਂ ਨਾਲ ਗੱਲ ਕਰਕੇ 1500 ਰੁਪਏ ਉਹ ਸਾਰੇ ਕਿਸਾਨਾਂ ਨੂੰ ਦੇ ਰਹੇ ਹਾਂ ਜਿਹੜੇ ਸਿੱਧੀ ਬਿਜਾਈ ਕਰ ਰਹੇ ਨੇਗੇ। ਲੋਕਾਂ ਦੀ ਮੰਗ ਸੀਗੀ ਕਿ ਬਦਲਵੀਂ ਖੇਤੀ ਹੋਣੀ ਚਾਹੀਦੀ ਆ, ਸੋ ਅਸੀਂ ਮੂੰਗ ਦਾਲ ਦੀ ਖੇਤੀ ਨੂੰ ਉਤਸ਼ਾਹਿਤ ਕੀਤਾਗਾ ਔਰ 7572 ਰੁਪਏ ਜਿਹੜਾ ਹੈਗਾ ਰੇਟ ਆ ਜਿਹੜਾ ਉਹ ਮੂੰਗੀ ਦਾ ਸਰਕਾਰੀ ਤੈਅ ਕੀਤਾ ਗਿਆ। ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆਗਾ ਔਰ ਪਹਿਲੀ ਵਾਰ ਹੋਇਆਗਾ ਕਿ 300 ਯੂਨਿਟ ਹਰੇਕ ਪਰਿਵਾਰ ਨੂੰ ਮੁਫਤ ਬਿਜਲੀ ਦਿੱਤੀ ਜਾਊਗੀ। ਉਹ ਵੀ ਜਿਹੜਾ ਹੈਗਾ ਲਾਗੂ ਹੋ ਰਿਹਾ ਸੀਗਾ। ਡੋਰ ਟੂ ਡੋਰ ਰਾਸ਼ਨ ਦੀ ਜਿਹੜੀ ਡਿਲੀਵਰੀ ਆ। ਕਰਪਸ਼ਨ ਦੇ ਅਗੇਂਸਟ ਭ੍ਰਿਸ਼ਟਾਚਾਰ ਪੰਜਾਬ ਦਾ ਜਿਹੜਾ ਭ੍ਰਿਸ਼ਟਾਚਾਰ ਸੀ ਉਹ ਸਿਖਰਾਂ ਦੇ ਉੱਤੇ ਸੀਗਾ। ਮੰਤਰੀ ਭ੍ਰਿਸ਼ਟਾਚਾਰ ਕਰਦੇ ਸੀਗੇ, ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀਗਾ। ਅੱਜ ਅਸੀਂ ਆਪਣੇ ਵੀ ਨਹੀਂ ਬਖਸ਼ੇ, ਜਿਹੜੇ ਸਾਡੇ ਵਾਲੇ ਕਰਦੇ ਸੀ, ਜਿਹੜੇ ਵਿਰੋਧੀ ਕਰਦੇ ਸੀ ਉਹ ਵੀ ਅੰਦਰ ਨੇਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਮੰਤਰੀਆਂ ਨੇ ਭ੍ਰਿਸ਼ਟਾਚਾਰ ਕੀਤਾ ਗਿਆ, ਚਾਹੇ ਉਹ ਸਾਬਕਾ ਨੇ ਜਾਂ ਮੌਜੂਦਾ ਹੋਣਗੇ, ਸਭ ਦੇ ਖਿਲਾਫ ਸਰਕਾਰ ਜਿਹੜੀ ਐਕਸ਼ਨ ਲਊਗੀ। ਕਾਨੂੰਨ ਆਪਣਾ ਕੰਮ ਕਰੂਗਾ। ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਸਰਕਾਰ ਆ, ਹਜੇ 3 ਮਹੀਨੇ ਦਾ ਸਮਾਂ ਹੋਇਆ ਗਿਆ। ਮੈਂ ਕਹਿ ਰਿਹਾ ਬਾਰ-ਬਾਰ ਕਹਿ ਰਿਹਾਗਾ, ਜਦੋਂ ਸਰਕਾਰ ਦੇ ਨਾ 5 ਸਾਲ ਪੂਰੇ ਹੋਏ ਲੋਕਾਂ ਨੇ ਯਾਦ ਰੱਖਣਾ ਕਿ ਹਾਂ ਬਹੁਤ ਇਤਿਹਾਸਕ ਫੈਸਲੇ ਕੀਤੇ ਨੇਗੇ। ਸੋ ਮੇਰਾ ਕਹਿਣ ਦਾ ਭਾਵ ਆ ਅਸੀਂ ਲਗਾਤਾਰ ਫੈਸਲੇ ਕਰ ਰਹੇ ਹਾਂ। ਸਮਾਂ ਹੁੰਦਾ, ਹਰ ਚੀਜ਼ ਨੂੰ ਸਮਾਂ ਲੱਗਦਾਗਾ। ਜੇ ਘਰ 'ਚ ਵਿਆਹ ਰੱਖਿਆ ਹੋਵੇ ਨਾ ਉਹਨੂੰ ਵੀ 3-4 ਮਹੀਨੇ ਦਾ ਸਮਾਂ ਲੱਗ ਜਾਂਦਾ ਸਮਾਨ ਇਕੱਠੇ ਕਰਦਿਆਂ ਨੂੰ। ਸੋ ਸਾਨੂੰ ਸਮਾਂ ਮਿਲਿਆ, ਅਸੀਂ ਬਿਲਕੁਲ ਇਤਿਹਾਸਕ ਫੈਸਲੇ ਹੋਣਗੇ ਔਰ ਲੋਕ ਜਿਹੜੇ ਸਦੀਆਂ ਤੱਕ ਇਸ ਸਰਕਾਰ ਨੂੰ ਅਗਨੀਵੀਰ ਜਿਹੜੀ ਇਹ ਯੋਜਨਾ ਹੈਗੀ ਹੈ ਉਸ ਨੂੰ ਲੈ ਕੇ ਕਾਫੀ ਬਵਾਲ ਮਚਿਆ ਹੋਇਆ। ਨੌਜਵਾਨਾਂ ਦੀ ਤੁਸੀਂ ਗੱਲ ਕੀਤੀ ਹੈ ਤੇ ਉਸ ਨੂੰ ਲੈ ਕੇ ਤੁਹਾਡਾ ਕੀ ਪ੍ਰਤੀਕਰਮ? ਦੇਖੋ, ਜਿਹੜੀ ਅਗਨੀਪਥ ਦੀ ਸਕੀਮ ਗਵਰਨਮੈਂਟ ਆਫ ਇੰਡੀਆ ਲਾਗੂ ਕਰਨ ਜਾ ਰਹੀ ਆ, ਇਹ ਦੇਸ਼ ਦੇ ਨੌਜਵਾਨਾਂ ਦੇ ਖਿਲਾਫ ਆ, ਪੰਜਾਬ ਦੇ ਨੌਜਵਾਨਾਂ ਦੇ ਖਿਲਾਫ ਆ। ਜਿੱਥੇ ਆਪਾਂ ਖੜੇ ਆ ਇਸ ਪਿੰਡ ਦੇ ਬਹੁਤ ਸਾਰੇ ਨੌਜਵਾਨਾਂ ਨੇ ਹਿੰਦੁਸਤਾਨ ਦੀ ਮਿਲਟਰੀ ਦੇ ਵਿੱਚ, ਹਿੰਦੁਸਤਾਨ ਦੀਆਂ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਆਪਣੀ ਜਿਹੜੀ ਆ ਨੌਕਰੀ ਕੀਤੀ ਆ ਔਰ ਬਹੁਤ ਸਾਰੇ ਨੌਜਵਾਨ ਕਰ ਰਹੇ ਨੇਗੇ। ਸੋ ਬਾਖੂਬੀ ਆਪਣੀ ਨੌਕਰੀ ਨਿਭਾ ਕੇ ਆਏ ਨੇਗੇ। ਸੋ ਸਰਕਾਰ ਕਹਿ ਰਹੀ ਆ ਕਿ 4 ਸਾਲ ਲਈ ਭਰਤੀ ਕਰ ਦਿਓ। ਇਹਦਾ ਮਤਲਬ ਕੀ ਆ ਕਿ ਸਰਕਾਰ ਜਿਹੜੀ ਆ ਕਿਰਾਏ ਦੇ ਉੱਤੇ ਕੰਟਰੈਕਟ ਦੇ ਉੱਤੇ ਭਰਤੀ ਕਰਨਾ ਚਾਹੁੰਦੀ ਹੈ। ਬਿਲਕੁਲ ਬਰਦਾਸ਼ਤ ਨਹੀਂ। ਇਹ ਫੈਸਲਾ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਪੈਣਾਗਾ। ਸੋ ਅਸੀਂ ਮੰਗ ਕਰਦੇ ਹਾਂ ਫੈਸਲਾ ਵਾਪਸ ਹੋਣਾ ਚਾਹੀਦਾ। ਬੀਜੇਪੀ ਨੂੰ ਕੀ ਕਹਿਣਾ ਚਾਹੁੰਦੇ ਹੋ? ਜਸਟੀਫਾਈ ਕਰ ਰਹੀ ਹੈ ਕਿ ਨੌਜਵਾਨਾਂ ਨੂੰ ਇਹਦੇ ਲਈ ਫਾਇਦਾ ਹੋਵੇਗਾ। ਤਾਂ ਬੀਜੇਪੀ ਜਿਹੜੀ ਆ ਪਹਿਲਾਂ ਕਹਿੰਦੀ ਸੀਗੇ ਜਿਹੜੇ ਤੁਸੀਂ 3 ਕਾਲੇ ਕਾਨੂੰਨ ਬਣਾਏ ਨੇ ਕਿਸਾਨਾਂ ਨੂੰ ਫਾਇਦਾ ਹੋਣਾ, ਬਾਅਦ ਚ ਫਿਰ ਥੁੱਕੇ ਚੱਟਣਾ ਪਿਆ ਕਿ ਨਾ ਪਿਆ। 2 ਸਾਲਾਂ ਬਾਅਦ ਉਹੀ ਕਾਨੂੰਨ ਵਾਪਸ ਲਿਆ। ਅੱਜ ਬੀਜੇਪੀ ਵਾਲਾ ਕੈਂਡੀਡੇਟ ਘੁੰਮ ਰਿਹਾ। ਮੈਨੂੰ ਪੁੱਛਣਾ ਚਾਹੁੰਦਾਗਾ, ਪੰਜਾਬ ਦਾ 750 ਤੋਂ ਉੱਪਰ ਕਿਸਾਨ ਉਹਨਾਂ 3 ਕਾਲੇ ਕਾਨੂੰਨਾਂ ਦੇ ਕਰਕੇ, ਬੀਜੇਪੀ ਦੇ 3 ਕਾਲੇ ਕਾਨੂੰਨਾਂ ਦੇ ਕਰਕੇ ਸ਼ਹਾਦਤ ਦਾ ਜਾਮ ਪੀ ਗਿਆ। ਸੋ ਬੀਜੇਪੀ ਦੋਸ਼ੀ ਆ। ਤੁਸੀਂ ਦੇਖਿਓ ਜਦੋਂ ਬੀਜੇਪੀ ਜਦੋਂ ਗਿਣਤੀ ਹੋਣੀ ਹੈ ਨਾ ਤਾਂ ਬੀਜੇਪੀ ਜਿਹੜੀ ਆ ਉਹ 16 ਕੈਂਡੀਡੇਟ ਖੜੇ ਨੇ, 16ਵੇਂ ਨੰਬਰ ਤੇ ਹੋਊਗੀ। ਪੰਜਾਬੀ ਭੁੱਲਦੇ ਨਹੀਂ, ਪੰਜਾਬੀਆਂ ਦੇ ਖੂਨ ਦੇ ਵਿੱਚ ਗੈਰਤ ਆ।
ਪੰਜਾਬ ਦੇ ਲੋਕਾਂ ਨੂੰ ਪਤਾ ਕਿ ਸਾਡਾ 750 ਤੋਂ ਉੱਪਰ ਕਿਸਾਨ ਬੀਜੇਪੀ ਦੀਆਂ ਕਿਸਾਨ ਮਾਰੂ ਨੀਤੀਆਂ ਕਰਕੇ ਸ਼ਹੀਦ ਹੋਇਆਗਾ। ਸੋ ਮੈਂ ਸਮਝਦਾ ਕਿ ਬੀਜੇਪੀ ਨੂੰ ਵੀ ਫੈਸਲਾ ਵਾਪਸ ਲੈਣਾ ਪਊ। ਜੀ ਹਾਂ, ਬਿਲਕੁਲ ਜਿਹੜਾ ਹੈ ਬੀਜੇਪੀ ਨੂੰ ਫੈਸਲਾ ਵਾਪਸ ਲੈਣਾ ਪਵੇਗਾ। ਤੇ ਇਹ ਜਿਹੜਾ ਮਾਹੌਲ ਹੈ ਉਹ ਸੰਗਰੂਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੈ। ਇਹਨਾਂ ਦਾ ਇਹੀ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਉਸੇ ਤਰ੍ਹਾਂ ਦਾ ਫਤਵਾ ਜਿਹੜੀ ਹੈ ਸੰਗਰੂਰ ਹਲਕੇ ਦੀ ਜਨਤਾ ਦੇਵੇਗੀ। ਹੁਣ ਦੇਖਦੇ ਹਾਂ ਕਿ ਸੰਗਰੂਰ ਹਲਕੇ ਦੇ ਵਿੱਚ ਲੋਕ ਸਭਾ ਦੇ ਨਤੀਜੇ ਕਿਸ ਤਰ੍ਹਾਂ ਦੇ ਰਹਿੰਦੇ ਨੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਮੈਂ ਨੀਲ ਕਮਲ ਆਪਣੇ ਸਹਿਯੋਗੀ ਸਤੀਸ਼ ਦੇ ਨਾਲ ਸੰਗਰੂਰ।